शब्द है माँ प्यो के उपकार विसारे। जोड़े माँ बाप के उपकार कहते माँ बाप के किए हुए साढ़े वास्ते एहसान नहीं भुलाने चाहिए किते भी। आओ शब्द गायन कर लीजिए। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। कामण कामण यारिए के तो कामण काट प्यारे। कामण कामण यारिए के तो कामण काट प्यारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। जम्मे साई विसारिया, जम्मे साई विसारिया। व्याह व्या माँ प्यो विसारे। जम्मे साई विसारिया, व्याह व्या माँ प्यो विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। सुख सुख व्या व्या, सुख सुख निभाया। सोण संजोग विचार विचारे। सोण संजोग विचार विचारे। पुत नूं है ना मेघ वेख, पुत नूं है ना मेघ वेख। अंग न पावन माँ प्यो वारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे, माँ प्यो दे उपकार विसारे। माँ प्यो दे उपकार विसारे।
ਭਾਈ ਗੁਰਦਾਸ ਜੀ ਨੇ ਮਾਂ ਬਾਪ ਨੂੰ ਛੱਡਣ ਵਾਲੇ ਨੂੰ ਵੱਡਾ ਹੱਤਿਆਰਾ ਦੱਸਿਆ। ਹੱਤਿਆਰਾ, ਕ੍ਰਿਮੀਨਲ, ਇੰਨਾ ਵੱਡਾ ਹੱਤਿਆਰਾ ਹੈ ਜਿਹੜਾ ਮਾਂ ਬਾਪ ਨੂੰ ਛੱਡ ਦਿੰਦਾ ਆਪਣੇ ਸੁੱਖ ਵਾਸਤੇ। ਜਿਹੜਾ ਆਪਣੇ ਮਾਂ ਬਾਪ ਨੂੰ ਛੱਡਦਾ ਨਾ, ਮੈਂ ਸੁਖੀ ਰਵਾਂ, ਮੇਰੇ ਬੱਚੇ ਸੁਖੀ ਰਹਿਣ, ਐਡਾ ਵੱਡਾ ਘਰ ਬਣਾ ਕੇ ਮਾਂ ਬਾਪ ਦੀ ਮੰਜੀ ਵਾਸਤੇ ਥਾਂ ਨਹੀਂ ਹੈ। ਕਿੰਨੇ ਕੁ ਰੂਮ ਚਾਹੀਦੇ ਮਾਂ ਬਾਪ ਨੂੰ? ਇੱਕ ਰੂਮ ਜੇ ਆਪਾਂ 4 ਕਮਰਿਆਂ ਦਾ 3 ਕਮਰਿਆਂ ਦਾ ਘਰ ਬਣਾਇਆ ਰੂਮ ਦਾ, ਇੱਕ ਰੂਮ ਮਾਂ ਬਾਪ ਵਾਸਤੇ ਨਹੀਂ ਹੋ ਸਕਦਾ। ਨਹੀਂ, ਡਿਸਟਰਬ ਕਰਨਗੇ। ਅਤੇ ਜਿਹੜਾ ਆਪਾਂ ਇੰਨਾ ਡਿਸਟਰਬ ਕੀਤਾ ਉਹਨਾਂ ਨੇ ਕਦੇ ਕਿਹਾ? ਆਪਾਂ ਭੁੱਲ ਜਾਂਦੇ ਆ ਨਾ ਅਸੀਂ ਕਿੰਨਾ ਕੁ ਡਿਸਟਰਬ ਕੀਤਾ ਹੋਏਗਾ। ਇਹ ਗੱਲ ਯਾਦ ਆ ਜਾਂਦੀ ਹੈ। ਕਹਿੰਦੇ ਇੱਕ ਪਿਓ ਅਤੇ ਪੁੱਤ ਨਾ ਚੱਲੇ ਜਾ ਰਹੇ ਸੀ। ਪਿਓ ਬਜ਼ੁਰਗ ਸੀ, 70-80 ਸਾਲ ਦਾ, ਅਤੇ ਜਵਾਨ ਮੁੰਡਾ ਨਾਲ। ਅਤੇ ਇੱਕ ਕਾਂ ਦੇਖਿਆ, ਕਾਂ ਬੈਠਿਆ ਸੀ ਦਰਖਤ 'ਤੇ। ਕਹਿੰਦਾ ਬੇਟੇ ਇਹ ਕੀ ਹੈ? ਕਹਿੰਦਾ ਪਾਪਾ ਇਹ ਕਾਂ ਹੈ, ਕਾਂ। ਕਹਿੰਦੇ ਅੱਛਾ। ਅਤੇ ਫਿਰ ਥੋੜ੍ਹੀ ਦੇਰ ਬਾਅਦ ਅੱਗੇ ਹੋਰ ਕਾਂ ਮਿਲਿਆ। ਕਹਿੰਦੇ ਬੇਟਾ ਇਹ ਕੀ ਹੈ? ਕਹਿੰਦੇ ਪਾਪਾ ਕਾਂ ਹੈ, ਦੱਸਿਆ ਤਾਂ ਸੀ ਕਾਂ ਹੈ, ਕਾਂ। ਫਿਰ ਤੀਜੀ ਵਾਰੀ ਫਿਰ ਪੁੱਛ ਬੈਠਿਆ ਵਿਚਾਰਾ ਪਿਓ। ਕਹਿੰਦਾ ਬੇਟਾ ਇਹ ਕੀ ਹੈ? ਕਹਿੰਦਾ ਤੇਰਾ ਦਿਮਾਗ ਠੀਕ ਹੈ? ਦਿਮਾਗ ਹੀ ਖਾ ਲਿਆ ਮੇਰਾ, ਤੈਨੂੰ ਅਕਲ ਨਹੀਂ? 2 ਵਾਰੀ ਦੱਸਿਆ ਕਾਂ ਹੈ। ਕਹਿੰਦਾ ਬੇਟੇ ਤੂੰ ਮੈਨੂੰ ਇਸੇ ਬਾਰੇ ਨਾ 50 ਵਾਰੀ ਪੁੱਛਿਆ ਸੀ, ਮੈਂ ਗੁੱਸਾ ਨਹੀਂ ਕੀਤਾ ਸੀ ਤੇਰੇ ਨਾਲ। ਤੂੰ 3 ਵਾਰੀ 'ਚ ਸੜ ਗਿਆ, ਮੱਚ ਗਿਆ 3 ਵਾਰੀ 'ਚ ਬਸ। 3 ਵਾਰੀ 'ਚ ਤੂੰ ਇੰਨਾ ਗੁੱਸਾ ਹੋ ਗਿਆ ਮੇਰੇ। ਤੂੰ 50 ਵਾਰੀ ਪੁੱਛਦਾ ਸੀ, ਮੈਂ ਤੈਨੂੰ 50 ਵਾਰੀ ਦੱਸਦਾ ਸੀ ਇਹ ਕਾਂ ਹੈ, ਅਤੇ ਮੇਰਾ 3 ਵਾਰੀ 'ਚ ਦਿਮਾਗ ਖਰਾਬ ਹੋ ਗਿਆ। ਮੈਂ ਤਾਂ ਤੈਨੂੰ 50 ਵਾਰੀ 'ਚ ਨਹੀਂ ਆਖਿਆ ਸੀ। ਇੱਕ ਚੀਜ਼ ਦੀ ਜਾਣਕਾਰੀ ਮਾਂ ਬਾਪ ਨੇ ਸਾਨੂੰ 50 ਵਾਰੀ ਦੱਸੀ ਹੈ, ਬੇਟਾ ਆਹ ਚੀਜ਼ ਹੈ, ਇੱਦਾਂ ਨਹੀਂ, ਇੱਦਾਂ ਕਰਨਾ ਹੈ। ਕਦੇ ਗੁੱਸਾ ਨਹੀਂ ਕੀਤਾ, ਕਦੇ ਗੁੱਸਾ। ਇੱਕ ਗਲਤੀ ਅਸੀਂ ਰੋਜ਼ ਰਿਪੀਟ ਕਰਦੇ ਹਾਂ, ਡੇਲੀ ਰਿਪੀਟ ਕੀਤੀ ਹੋਏਗੀ ਅਸੀਂ ਗਲਤੀ, ਪਰ ਮਾਂ ਬਾਪ ਨੇ ਗੁੱਸੇ ਨਾਲ ਨਹੀਂ। ਅੱਜ ਵੀ ਕਹਿੰਦੇ ਨਾ ਨਹੀਂ ਮਾਰਨਾ ਨਹੀਂ ਚਾਹੀਦਾ, ਪਿਆਰ ਨਾਲ ਸਮਝਾਉਣਾ ਚਾਹੀਦਾ। ਸਾਨੂੰ ਤਾਂ ਖੈਰ ਬਹੁਤ ਪੈਂਦੀਆਂ ਹੁੰਦੀਆਂ ਸੀ, ਇੱਥੇ ਦਾ ਸਿਸਟਮ ਹੈ ਨਹੀਂ। ਇੰਡੀਆ ਵਿੱਚ ਤਾਂ ਕਿਤਾਬਾਂ ਵਧੀਆ ਚੜਾ ਦਿੰਦੇ ਮਿੰਟਾਂ 'ਚ, ਉੱਥੇ ਭਾਵਨਾ ਬਣਾ ਕੇ ਰੱਖਦੇ ਆ। ਬੈਲੈਂਸ ਜ਼ਰੂਰੀ ਹੈ, ਬੱਚੇ ਵਿਗੜਦੇ ਨਹੀਂ। ਜਦੋਂ ਝਾੜ ਦੀ ਲੋੜ ਹੈ, ਕੁੱਟ ਦੀ ਲੋੜ ਹੈ, ਉਦੋਂ ਕੁੱਟੋ ਫੜ ਕੇ। ਜਦੋਂ ਪਿਆਰ ਦੀ ਲੋੜ ਹੈ ਉਦੋਂ ਪਿਆਰ। ਇੰਡੀਆ 'ਚ ਆਹ ਬੜੀ ਵਧੀਆ ਗੱਲ ਲੱਗੀ ਹੈ, ਇਹ ਠੀਕ ਹੈ ਸਿਸਟਮ। ਕਿਉਂਕਿ ਬਹੁਤਾ ਪਿਆਰ ਹੀ ਦੇ ਜਾਈਏ ਨਾ, ਉਹ ਕਿਤੇ ਨਾ ਕਿਤੇ ਫਿਰ ਨੁਕਸਾਨ ਜ਼ਰੂਰ ਕਰਦਾ ਹੈ, ਉਹ ਵੀ ਠੀਕ ਨਹੀਂ। ਬੈਲੈਂਸ ਹਰ ਚੀਜ਼ ਦਾ ਹੋਵੇ, ਚੰਗਾ ਹੀ ਹੁੰਦਾ, ਬੈਲੈਂਸ ਬਣਾ ਕੇ ਰੱਖਣਾ। ਸੋ ਕਹਿੰਦੇ ਮਾਂ ਬਾਪ ਨੇ ਤਾਂ ਕਦੇ ਗੁੱਸਾ ਨਹੀਂ ਕੀਤਾ। ਇੰਨੇ ਵੱਡੇ ਘਰ ਬਣਾ ਕੇ ਮਾਂ ਬਾਪ ਦੀ ਮੰਜੀ ਦੀ ਥਾਂ ਨਾ ਹੋਵੇ ਤੇ ਸਮਝ ਲਓ ਉੱਥੇ ਬੰਦੇ ਨਹੀਂ ਵਸਦੇ, ਭੂਤ ਵਸਦੇ, ਭੂਤ। ਦੇਵਤੇ ਤਾਂ ਛੱਡਦੇ ਤੁਸੀਂ, ਜਿਹੜੀ ਘਰ ਦੀ ਜੜ ਸੀ, ਜੋ ਘਰ ਦੀ ਰੌਣਕ ਸੀ, ਉਹ ਤਾਂ ਛੱਡ ਦਿੱਤੀ ਹੈ। ਉਹ ਤਾਂ ਅਸੀਂ ਲੈ ਕੇ ਨਹੀਂ ਆਏ ਘਰ ਦੇ ਵਿੱਚ। ਲੱਖ ਤਮਾਮ ਜਹਾਨ ਦੇ ਅਸੀਂ ਕੀਮਤੀ ਸਮਾਨ ਘਰ 'ਚ ਪਾ ਦਿੱਤੇ, ਪਰ ਜਿਹੜੇ ਕੀਮਤੀ ਸਮਾਨ ਸੀ ਉਹ ਤਾਂ ਛੱਡਦੇ ਆਪਾਂ। ਜਿਹੜੇ ਉਸ ਘਰ ਦੇ ਰੌਣਕ ਸੀ, ਉਸ ਘਰ ਦੇ ਦੇਵਤੇ ਸੀ, ਦੇਵੀ ਸੀ, ਉਹ ਤਾਂ ਛੱਡ ਕੇ ਆ ਗਏ ਆਪਾਂ। ਮਾਂ ਬਾਪ ਤਾਂ ਅਸੀਂ ਘਰ 'ਚ ਲੈ ਕੇ ਹੀ ਨਹੀਂ ਆਏ, ਅਤੇ ਕੀ ਅਸੀਂ ਲੈ ਕੇ ਘਰ ਜਾਏ। ਸੋ ਸਾਧ ਸੰਗਤ ਜੀ, ਯਤਨ ਕਰਨਾ ਹੈ, ਕੋਸ਼ਿਸ਼ ਕਰਨੀ ਹੈ, ਮਾਂ ਬਾਪ ਦਾ ਸਤਿਕਾਰ ਜਿੰਨਾ ਹੋ ਸਕੇ ਵੱਧ ਤੋਂ ਵੱਧ ਕਰੀਏ। ਅੱਜ 12 ਵਜੇ ਆਨੰਦ ਸਾਹਿਬ ਪੜ੍ਹਨਾ ਨਾ, ਜਿੰਨਾ ਹੋ ਸਕੇ ਵੱਧ ਤੋਂ ਵੱਧ ਆਪਾਂ ਸਤਿਕਾਰ ਕਰੀਏ। ਔਰ ਇਸ ਤਰ੍ਹਾਂ ਦੇ ਜਦੋਂ ਗੁਰਪੁਰਬ ਮਨਾਏ ਜਾਣ ਨਾ, ਬੱਚਿਆਂ ਨੂੰ ਜ਼ਰੂਰ ਲੈ ਕੇ ਆਓ। ਉਹਨਾਂ ਨੂੰ ਇੱਕ ਵਾਰੀ ਕਹਿ ਦਿਓ ਨਾ ਕਿ ਅੱਜ ਤਾਂ ਸ਼ਰਮ ਕਰ ਲੈ, ਅੱਜ ਤਾਂ ਸੋਚ ਪੁੱਛ, ਅੱਜ ਤਾਂ ਸਾਡਾ ਦਿਨ ਹੈ, ਅੱਜ ਤਾਂ ਗੁਰਦੁਆਰੇ ਚੱਲ, ਅੱਜ ਤਾਂ ਅਰਦਾਸ ਕਰ ਲੈ ਸਾਡੇ ਵਾਸਤੇ। ਅਸੀਂ ਤਾਂ ਤੇਰੇ ਵਾਸਤੇ ਰੋਜ਼ ਹੀ ਅਰਦਾਸ ਕਰਦੇ ਹਾਂ, ਅੱਜ ਵੀ ਨਹੀਂ ਜਾਣਾ ਤੂੰ ਗੁਰਦੁਆਰੇ। ਤੇਰੀ ਖੁਸ਼ੀਆਂ ਵਾਸਤੇ ਆਪਾਂ ਸਾਰੀ ਜ਼ਿੰਦਗੀ ਕਹਿਣਾ ਚਾਹੀਦਾ। ਇਹ ਨਹੀਂ ਮਾਈਂਡ ਕਰੇਗਾ, ਮਾਈਂਡ ਕੋਈ ਨਹੀਂ ਕਰਦਾ। ਕਹੋ ਚੰਗਾ ਹੀ ਮਾਈਂਡ ਕਰੇ, ਚੰਗੀ ਗੱਲ ਜੇ ਮਾਈਂਡ ਕਰੇ ਬੰਦਾ। ਕਰਦੇ ਕਿੱਥੇ ਮਾਈਂਡ ਅੱਜ ਕੱਲ੍ਹ? ਇਸ ਤਰ੍ਹਾਂ ਦੀਆਂ ਗੱਲਾਂ ਮਾਈਂਡ ਕਰਨ, ਫਾਇਦਾ ਹੋਏਗਾ, ਕੋਈ ਨੁਕਸਾਨ ਨਹੀਂ ਹੈਗਾ। ਜੇ ਉਹਨੂੰ ਕਿਤੇ ਲੱਗਦੀ ਹੈ ਨਾ ਕਿ ਮੇਰੀ ਮਾਂ ਨੇ ਮੈਨੂੰ ਇੱਦਾਂ ਕਿਹਾ, ਮੈਂ ਜਾਣਾ ਗੁਰਦੁਆਰੇ, ਕੀ ਪਤਾ ਆਈ ਜਾਏ। ਕਹਿ ਕੇ ਤਾਂ ਦੇਖੀ ਇੱਕ ਵਾਰੀ, ਜ਼ਰੂਰ ਕੋਸ਼ਿਸ਼ ਕਰਨੀ ਹੈ। ਸੰਸਕਾਰ ਆਪਣੇ ਘਰਾਂ ਵਿੱਚੋਂ ਮੁਕਾਈਏ ਨਾ ਸਾਧ ਸੰਗਤ। ਸੰਸਕਾਰ ਮੇਨ ਚੰਗੀਆਂ ਆਦਤਾਂ ਇਹ ਖਤਮ ਨਾ ਹੋ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ। ਦੁਨੀਆ ਦੇ ਅੰਦਰ ਸਭ ਤੋਂ ਕਾਮਯਾਬ ਧਰਮ ਪਤਾ ਕਿਹੜਾ ਹੈ? ਪਤਾ? ਕਦੇ ਸੋਚਿਓ। ਮੁਸਲਿਮ ਧਰਮ ਸਭ ਤੋਂ ਕਾਮਯਾਬ ਧਰਮ ਹੈ। ਇਹ ਜਿੱਥੇ ਮਰਜ਼ੀ ਵਸਣ, ਜਿੱਥੇ ਮਰਜ਼ੀ ਰਹਿਣ,
ਪਰ ਜਿਹੜੀ ਇਹਨਾਂ ਦੀ ਮਰਿਆਦਾ, ਜਿਹੜਾ ਸਿਸਟਮ, ਜਿਹੜੇ ਸੰਸਕਾਰਾਂ ਨਾਲ ਕਦੇ ਸਮਝੌਤਾ ਨਹੀਂ ਕਰਦੇ। ਸੰਸਕਾਰਾਂ ਨਾਲ ਕੋਈ ਸਮਝੌਤਾ ਨਹੀਂ। ਇੱਥੇ ਵੀ ਤੁਹਾਨੂੰ ਪਤਾ ਹੀ ਹੋਣਾ, ਮਲੇਸ਼ੀਆ ਵਿੱਚ ਵੀ, ਤੇ ਜਿੱਥੇ ਮਰਜ਼ੀ ਦੁਨੀਆ 'ਚ ਰਹਿਣ। ਔਰ ਦੇਖੋ ਕਮਾਲ ਦੀ ਗੱਲ, ਕਿੰਨੇ ਸਾਲ ਇਹਨਾਂ ਨੂੰ ਹੋਏ। ਮੁਸਲਿਮ ਧਰਮ ਕੋਈ ਬਹੁਤਾ 5-7 ਸਾਲ, 1000 ਸਾਲ ਪੁਰਾਣਾ ਧਰਮ ਨਹੀਂ ਹੈ। 1400 ਈਅਰਸ ਓਨਲੀ, 1400 ਸਾਲ ਹੋਏ, 1400-1500 ਸਾਲ। ਤੇ ਸਾਧ ਸੰਗਤ ਜੀ, ਕਮਾਲ ਦੀ ਗੱਲ ਦੇਖੋ ਤੁਸੀਂ, 57 ਕੰਟਰੀਜ਼ ਅਪਰੂਵਲ ਨੇ, ਉਹਨਾਂ ਦੇ ਦੇਸ਼ ਆਪਣੇ ਬਣਾਏ ਹੋਏ। ਤੇ ਸਾਡੇ ਧਰਮ ਨੂੰ ਕਿੰਨੇ ਸਾਲ ਹੋ ਗਏ? ਸਾਡੇ ਧਰਮ ਨੂੰ ਕਿੰਨੇ ਸਾਲ ਹੋ ਗਏ? 600 ਸਾਲ ਹੋ ਗਏ ਨਾ। 600 ਸਾਲ ਹੋ ਗਏ। ਕੋਈ ਦੇਸ਼ ਹੈਗਾ ਆਪਣੇ ਕੋਲ? ਕਿਉਂ? ਸਭ ਕੁਝ ਭੁਲਾ ਬੈਠੇ ਅਸੀਂ। ਸਾਡੀ ਰਹੁ ਰੀਤ ਅਸੀਂ ਖਤਮ ਕਰ ਚੁੱਕੇ ਹਾਂ। ਨਿਤ ਨਵੀਆਂ ਸਾਡੀ ਰਹਿਤ ਮਰਿਆਦਾ ਬਣਦੀ ਹੈ ਡੇਲੀ। ਹਰ ਸਾਲ ਕੋਈ ਨਾ ਕੋਈ ਰਹਿਤ ਮਰਿਆਦਾ ਲਾਂਚ ਹੋ ਜਾਂਦੀ ਹੈ, ਪੁਰਾਣੀ ਛੱਡੀ ਜਾਂਦੀ ਹੈ। ਸਭ ਕੁਝ ਛੱਡੀ ਜਾ ਰਹੇ ਹਾਂ, ਸਭ ਕੁਝ। 300 ਸਾਲ ਪਹਿਲਾਂ ਜਿਹੜਾ ਸਿਸਟਮ ਸੀ, ਸਾਨੂੰ ਉਹ ਲੱਗਦਾ ਪੁਰਾਣਾ ਹੋ ਗਿਆ। ਕਮਾਲ ਦੀ ਗੱਲ ਦੇਖਿਓ, ਅੱਜ ਤੋਂ 1400 ਸਾਲ ਪਹਿਲਾਂ ਮੁਹੰਮਦ ਸਾਹਿਬ ਦਾ ਆਦੇਸ਼ ਆਇਆ, ਤੁਸੀਂ ਨਾ ਜਿਹੜੇ ਬੰਦੇ ਮਰਦੇ ਆ ਉਹ ਧਰਤੀ 'ਚ ਦੱਬਣੇ ਆ, ਸਾੜਨੇ ਨਹੀਂ, ਸੰਸਕਾਰ ਨਹੀਂ ਕਰਨਾ। 1400 ਸਾਲ ਪਹਿਲਾਂ ਬੋਲਿਆ ਸੀ ਨਾ, ਅੱਜ ਤੱਕ ਉਸ ਬਚਨ 'ਤੇ ਟਿਕੇ ਹੋਏ ਆ। ਅੱਜ ਤੱਕ ਕੋਈ ਲੌਜਿਕ ਨਹੀਂ ਬਣਦਾ ਕਿ ਮੁਰਦਾ ਜਿਹੜਾ ਉਹ 1400 ਸਾਲ ਬਾਅਦ ਖੜਾ ਹੋਏਗਾ, ਜਿੰਦਾ ਹੋਏਗਾ। ਪਰ ਆਪਣੇ ਮੁਹੰਮਦ ਦੇ ਉੱਪਰ, ਆਪਣੇ ਨਬੀ ਦੇ ਬਚਨਾਂ ਦੇ ਉੱਪਰ ਭਰੋਸਾ ਹੈ, ਵਿਸ਼ਵਾਸ ਹੈ। ਉਸੇ ਵਿਸ਼ਵਾਸ 'ਤੇ ਅੱਜ ਤੱਕ ਟਿਕੇ ਹੋਏ ਨੇ। ਤੇ ਸਾਡੇ ਸਿੱਖ ਰਹਿਤ ਮਰਿਆਦਾ ਨੂੰ 80 ਕੁ ਸਾਲ ਮੇਰੇ ਖਿਆਲ ਬਣੀ ਨੂੰ ਹੋਏ। 80 ਸਾਲਾਂ ਵਿੱਚ ਇੰਨੇ ਸਵਾਲ ਖੜੇ ਹੋ ਗਏ, ਇੰਨੇ ਸਵਾਲ ਖੜੇ ਹੋ ਗਏ। ਉਹ ਰਹਿਤ ਮਰਿਆਦਾ ਨਹੀਂ, ਪਤਾ ਨਹੀਂ ਫਾਂਸੀ ਦੇ ਦਿੱਤੀ। ਮਾफ़ ਕਰਨਾ ਜੇ ਕੋੜੇ ਬਚਨ ਬੋਲ ਰਿਹਾ, ਪਰ ਇਹ ਸੱਚਾਈ ਹੈ। ਰੋਜ਼ ਪੱਗਾਂ ਲੱਥਦੀਆਂ, ਡੇਲੀ ਕਿਤੇ ਨਾ ਕਿਤੇ ਪੰਗੇ ਹੀ ਲੈ ਕੇ ਬੈਠੇ ਰਹਿੰਦੇ। ਡੇਲੀ ਜਿਹੜੇ ਕੰਮ ਕਰਨ ਵਾਲੇ ਸੀ ਉਹ ਨਹੀਂ ਆਪਾਂ ਕੀਤੇ। ਜਿਹੜੇ ਕੰਮ ਕਰਨ ਵਾਲੇ ਸੀ ਨਾ ਉਹ ਨਹੀਂ ਕੀਤੇ ਆਪਾਂ। ਨੂੰ ਕਹਿੰਦਾ ਰਿਲੀਜੀਅਸ ਪੋਲਿਸੀ। ਰਿਲੀਜੀਅਸ ਪੋਲਿਸੀ ਸਾਰਿਆਂ ਕੋਲ ਹੈ, ਹਿੰਦੂਆਂ ਕੋਲ ਵੀ ਹੈ, ਮੁਸਲਿਮ ਕੋਲ ਵੀ ਹੈ, ਸਿੱਖਾਂ ਕੋਲ ਵੀ। ਇੰਪਲੀਮੈਂਟ ਨਹੀਂ ਹੈਗਾ। ਸਾਡੀ ਜਿਹੜੀ ਰਿਲੀਜੀਅਸ ਪੋਲਿਸੀ ਹੈ ਬਹੁਤ ਸਟਰੋਂਗ ਹੈ। ਜਿਹੜੀ ਕਰਨੀ ਸੀ ਉਹ ਨਹੀਂ ਕੀਤੀ, ਜਿਹੜਾ ਨਹੀਂ ਕਰਨਾ ਉਹ ਆਪਾਂ ਕਰੀ ਜਾਂਦੇ। ਆ ਹੁਣ ਮਦਰਸ ਡੇ ਦਾ ਹੀ ਹੈ, ਇਹਦੇ ਪਿੱਛੇ ਵੀ ਬਸ ਪੁੱਛੋ ਨਾ, ਇਹ ਮਨਮਤ ਹੈ, ਇਹ ਰਹਿਤ ਮਰਿਆਦਾ ਵਿੱਚ ਨਹੀਂ ਹੈਗੀ। ਨਹਾਉਣਾ, ਧੋਣਾ, ਖਾਣਾ, ਹੱਸਣਾ, ਇਹ ਸਾਰਾ ਮਰਿਆਦਾ 'ਚ ਹੈਗਾ? ਕਿੱਥੇ ਲਿਖਿਆ? ਖਾਂਦੇ ਵੀ ਹਾਂ, ਹੱਸਦੇ ਵੀ ਹਾਂ, ਰੋਂਦੇ ਵੀ, ਸਾਰਾ ਕੁਝ ਤਾਂ ਕਰੀ ਜਾਂਦੇ। ਹਰ ਚੀਜ਼ ਕਿੱਥੇ ਲਿਖੀ ਹੈ ਰਹਿਤ ਮਰਿਆਦਾ 'ਚ? ਹਰ ਚੀਜ਼ ਨੂੰ ਰਹਿਤ ਮਰਿਆਦਾ ਨਾਲ ਜੋੜ ਕੇ ਦੇਖਣਾ ਵੀ ਬਹੁਤ ਵੱਡੀ ਗਲਤੀ ਹੈ ਸਾਡੀ। ਸੋ ਸਾਧ ਸੰਗਤ ਜੀ, ਅੱਜ ਦਾ ਜਿਹੜਾ ਦਿਨ ਹੈ ਨਾ, ਇਹ ਮਾਂ ਬਾਪ ਦੇ ਸਤਿਕਾਰ ਨੂੰ, ਮਾਤਾਵਾਂ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਰੱਖਿਆ ਗਿਆ ਹੈ। ਕੋਸ਼ਿਸ਼ ਕਰੀਏ ਜੋ ਪੁਰਾਣੇ ਸਮੇਂ ਦੇ ਵਿੱਚ ਮਾਂ ਬਾਪ ਦਾ ਸਤਿਕਾਰ, ਇੱਜ਼ਤ, ਮਾਣ, ਸਨਮਾਨ ਉਹਨਾਂ ਨੂੰ ਦਿੱਤਾ ਜਾਂਦਾ ਸੀ ਨਾ, ਉਹ ਜ਼ਰੂਰ ਆਪਾਂ ਕਰੀਏ, ਅੱਜ ਵੀ ਕਰੀਏ, ਯਤਨ ਕਰੀਏ। ਇਹ ਗੱਲ ਆਪਾਂ ਕਿਉਂ ਕਹੀਏ ਕਿ ਕਿਉਂ ਮੁਸਲਿਮ ਧਰਮ ਕਾਮਯਾਬ ਹੈ? ਮੈਂ ਸੁਣਿਆ ਇੰਡੋਨੇਸ਼ੀਆ ਵਿੱਚ ਕਹਿੰਦੇ ਇੱਕ ਦਿਨ ਸਪੈਸ਼ਲ ਮਾਂ ਬਾਪ ਦੇ ਪੈਰ ਧਵਾਏ ਜਾਂਦੇ ਬੱਚਿਆਂ ਕੋਲੋਂ। ਸ਼ਾਇਦ ਇਹ ਸੱਚੀ ਗੱਲ ਹੋਵੇ। ਸੱਚੀ ਗੱਲ ਹੈ ਨਾ। ਇੰਡੋਨੇਸ਼ੀਆ ਵਿੱਚ ਇੱਕ ਦਿਨ ਸਪੈਸ਼ਲ ਰੱਖਿਆ, ਸਕੂਲਾਂ ਦੇ ਵਿੱਚ ਮਾਂ ਬਾਪ ਦੇ ਪੈਰ ਧੋਂਦੇ ਨੇ ਬੱਚੇ ਨੂੰ, ਤਾਂ ਕਿ ਉਹਦੇ ਅੰਦਰ ਇਹ ਫੀਲਿੰਗ ਰਹੇ ਕਿ ਇਹ ਤੇਰੇ ਮਾਂ ਬਾਪ, ਇਹਨਾਂ ਦੀ ਇੱਜ਼ਤ ਕਰਨੀ ਹੈ। ਇਹਦੇ ਪਿੱਛੇ ਇਹੀ ਲੌਜਿਕ ਹੈ, ਤਾਂ ਕਿ ਤੂੰ ਵੱਡਾ ਹੋ ਕੇ ਵੀ ਆਪਣੇ ਮਾਂ ਬਾਪ ਦੇ ਚਰਨਾਂ ਨੂੰ ਯਾਦ ਰੱਖੇ, ਇਹਨਾਂ ਪੈਰਾਂ ਨੂੰ ਤੂੰ ਭੁਲਾਵੇ ਨਾ। ਸੋ ਆਪਣੇ ਵੱਲੋਂ ਸਾਧ ਸੰਗਤ ਜੀ ਕੋਸ਼ਿਸ਼ ਕਰਨੀ ਹੈ, ਜ਼ਰੂਰ ਮਾਂ ਬਾਪ ਦਾ ਸਤਿਕਾਰ ਕਰਨਾ ਹੈ। ਸਵਾਲ ਫਿਰ ਇਹ ਪੈਦਾ ਹੋ ਜਾਂਦਾ ਹੈ ਕਿ ਜੀ ਮਾਂ ਬਾਪ ਦਾ ਜਿਹੜਾ ਸ਼ਬਦ ਨਾ, ਗੁਰਦੇਵ ਮਾਤਾ, ਗੁਰਦੇਵ ਪਿਤਾ ਆਪਾਂ ਪੜ੍ਹਦੇ ਹਾਂ, ਕਈ ਵਾਰੀ ਉਹਦਾ ਮੀਨਿੰਗ ਕਰਨਗੇ ਜੀ ਗੁਰੂ ਨੂੰ ਮਾਂ ਆਖਿਆ। ਚਲੋ ਮੰਨ ਲਿਆ ਗੁਰੂ ਨੂੰ ਮਾਂ ਆਖਿਆ, ਤੇ ਮਾਂ ਤੋਂ ਵੱਡਾ ਗੁਰੂ ਕੌਣ ਹੈ? ਗੁਰਦੁਆਰੇ ਕੌਣ ਲੈ ਕੇ ਆਉਂਦਾ? ਮਾਂ ਹੀ ਲੈ ਕੇ ਆਉਂਦੀ ਹੈ। ਗੁਰਦੁਆਰੇ ਜੇ ਮਾਂ ਨਾ ਲੈ ਕੇ ਆਵੇ ਤੇ ਆਪਾਂ ਬਚਪਨ 'ਚ ਆ ਸਕਦੇ ਹਾਂ? ਤੇ ਫਿਰ ਪਹਿਲਾ ਗੁਰੂ ਤੇ ਸਾਡੀ ਮਾਂ ਹੀ ਹੋਈ ਨਾ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਗੁਰੂ ਘਰ ਸਾਨੂੰ ਮਾਂ ਨਾਲ ਲੈ ਕੇ ਆਵੇ ਤੇ ਆਪਾਂ ਆ ਸਕਦੇ ਹਾਂ ਗੁਰਦੁਆਰੇ? ਜੇ ਮਾਂ ਪੈਦਾ ਹੀ ਨਾ ਕਰੇ ਆ ਸਕਦੇ ਆਪਾਂ? ਜੇ ਮਾਂ ਪੈਦਾ ਹੀ ਨਾ ਕਰਦੀ, ਚਲੋ ਲੌਜੀਕਲ ਮਾਈਂਡ ਇੱਕਦਮ ਜਾਗ ਜਾਂਦਾ, ਜਿਨ੍ਹਾਂ ਦੇ ਮਾਂ ਮਰ ਜਾਂਦੀ ਉਹ ਨਹੀਂ ਗੁਰਦੁਆਰੇ ਆਉਂਦੇ। ਤੇ ਜੇ ਮਾਂ ਪੈਦਾ ਹੀ ਨਾ ਕਰਦੀ ਫਿਰ ਕਿੱਥੋਂ ਆ ਜਾਂਦੇ ਆਪਾਂ? ਇੰਨੀ ਵੱਡੀ ਦੇਣ ਹੈ ਮਾਂ ਦੀ। ਸੋ ਸਾਧ ਸੰਗਤ ਜੀ, ਆਪਣੇ ਵੱਲੋਂ ਨਾ ਕਦੇ ਵੀ ਮਾਂ ਬਾਪ ਦਾ ਦਿਲ ਨਹੀਂ ਦੁਖਾਉਣਾ, ਕੋਸ਼ਿਸ਼ ਕਰਨੀ ਉਹਨਾਂ ਜਿੰਨਾ ਹੋ ਸਕੇ ਮਾਣ ਸਨਮਾਨ ਕਰੀਏ।
एक शब्द होर आप श्रवण कर लिए। शब्द है काहे पूत झगरत हो संग बाप, जिनके जने वडीरे तुम हो ताको झगरत पाप। सो अज का दिन ये माता पिता नूं ही आप समर्पित करांगे, माँ बाप के रिस्पैक्ट नूं, उन्हां दी इज्जत नूं ही समर्पित करांगे, क्योंकि दिन ही इस तरह का रखा हुआ है। काहे पूत झगरत हो संग बाप, जिनके जने वडीरे तुम हो ताको झगरत पाप। मीनिंग जरूर देखियो ध्यान दे नाल साध संगत जी। काहे पूत झगरत हो संग बाप, झगरत हो संग बाप। काहे पूत झगरत हो संग बाप, झगरत हो संग बाप। जिनके जने वडीरे तुम हो, जिनके जने वडीरे तुम हो ताको झगरत पाप। तिन स्यो झगरत पाप। झगरत हो संग बाप, काहे पूत झगरत हो संग बाप। जिस तन को तुम गर्व करते हो, आज तो नहीं बन गया, पैसा आ गया गोड़। जिस धन का तुम गर्व करते हो, जिहड़े धन का तुम मान करना ना, ध्यान नाल सुनियो सास ने मीनिंग जरूर देखना है। जिस धन का तुम गर्व करते हो, सो धन किसे ना आप, सो धन किसे ना आप। काहे पूत झगरत हो संग बाप, काहे पूत झगरत हो संग बाप। इनमें छोड़ जाए लिखया रस, इनमें छोड़ जाए लिखया रस। तो लागे पछताप, तो लागे पछताप। काहे पूत झगरत हो संग बाप, काहे पूत झगरत हो संग बाप। काहे पूत झगरत हो संग बाप, जिनके जड़े वडीरे तुम हो, जिनके जड़े वडीरे तुम हो तिरस्यों झगरत पाप। काहे पूत झगरत हो संग बाप,
जो तुम रे जो तुम रे प्रभु होते स्वामी, जो तुम रे स्वामी, जो तुम रे प्रभु होते स्वामी, जो तुम रे हर दिन के जापो जाप, हर दिन के जापो जाप, आए पूत जगरत हो संग बाप, आए पूत जगरत हो संग बाप, आए पूत उपदेश करत नानक जन तुमको, उपदेश करत उपदेश करत नानक जन तुमको, उपदेश करत नानक जन तुमको, जो सुनो तो जाए संताप, काहे पूत जगरत हो संग बाप, काहे पूत जगरत हो संग बाप, जिनके जड़े बड़ी रे तुम हो, जिनके जड़े बड़ी रे तुम हो, तिन स्यो जगरत पाप, आए पूत आए पूत पूत जगरत हो संग बाप। ਸੋ ਸਾਧ ਸੰਗਤ ਜੀ, ਗਲਤੀ ਨਾਲ ਵੀ ਆਪਣੇ ਮਾਂ-ਬਾਪ ਨਾਲ ਝਗੜਾ ਨਹੀਂ ਕਰਨਾ। ਅੱਜ ਆਪਾਂ ਵਾਅਦਾ ਕਰੀਏ, ਪ੍ਰੋਮਿਸ ਕਰੀਏ, ਇਹ ਜਿਹੜੇ ਦਿਨ ਹੈ ਨਾ, ਇਹ ਮਨਾਏ ਤਾਂ ਹੀ ਸਫਲੇ ਹੋਣਗੇ, ਕੁਝ ਰਿਜ਼ਲਟ ਵੀ ਆਵੇ, ਕੁਝ ਨਜ਼ਰ ਵੀ ਆਵੇ ਕਿ ਹਾਂ ਆਪਾਂ ਮਦਰਸ ਡੇ ਦੇ ਦਿਨ ਗੁਰੂ ਮਹਾਰਾਜ ਦੀ ਹਜ਼ੂਰੀ ਅੰਦਰ ਅਰਦਾਸ ਕੀਤੀ ਸੀ, ਇਕੱਠੇ ਹੋਏ ਸੀ ਅਤੇ ਕੁਝ ਘਰਾਂ ਦੇ ਵਿੱਚ ਸੁਧਾਰ ਹੋਇਆ ਹੈ, ਅਤੇ ਫਿਰ ਇਹ ਦਿਨ ਮਨਾਏ ਸਾਡੇ ਸਫਲ ਹੋਣਗੇ। ਗੁਰੂ ਦੀ ਹਜ਼ੂਰੀ ਵਿੱਚ ਆਇਆ ਸਾਡਾ ਸਫਲ ਹੋ ਜਾਏਗਾ। ਮਾੜਾ ਨਾ ਕਹੀਏ, ਮਾਂ ਬਾਪ ਨੂੰ ਇਸ ਤੋਂ ਵੱਡਾ ਗੁਨਾਹ ਕੋਈ ਨਹੀਂ ਹੋ ਸਕਦਾ। ਮਾਂ ਬਾਪ ਨੂੰ ਗਲਤ ਕਹਿਣਾ ਇਹ ਸਮਝ ਲਓ ਕਿ ਬਹੁਤ ਭਾਰੀ ਪਾਪ। ਅੱਜ ਕੱਲ੍ਹ ਜਿਹੜੇ ਬੱਚੇ ਨੌਜਵਾਨ, ਅੱਜ ਤਾਂ ਖੈਰ ਹੈ ਹੀ ਨਹੀਂ, ਜਿਹੜੇ ਮਲੇਸ਼ੀਅਨ, ਉਹ ਤਾਂ ਨਹੀਂ, ਮੇਰੇ ਖਿਆਲ ਇੰਡੀਆ ਤੋਂ ਜਿਹੜੇ ਵੀਰ ਆਏ ਹੋਏ ਨੇ ਉਹ ਬੈਠੇ ਆ, ਜਿਹੜੇ ਕਹਿੰਦਾ ਮੇਰੀ ਲਾਈਫ, ਇੰਗਲਿਸ਼ 'ਚ ਕਹਿੰਦੇ ਮਾਈ ਲਾਈਫ, ਇਟ ਇਜ਼ ਮਾਈ ਲਾਈਫ, ਦਿਸ ਇਜ਼ ਮਾਈ ਲਾਈਫ। ਸ਼ਾਇਦ ਇੱਦਾਂ ਹੀ ਕਹਿੰਦੇ, ਬੜਾ ਸੌਖਾ, ਕਿੰਨਾ ਸੌਖਾ ਕਹਿਤਾ ਨਾ, ਮਾਈ ਲਾਈਫ। ਇੰਨੀ ਛੇਤੀ ਰਾਈਟ ਲੈ ਲਏ, ਸਾਰੇ ਅਧਿਕਾਰ ਆਪਣੇ ਹੱਥ 'ਚ ਲੈ ਲਏ, ਮੇਰੀ ਜ਼ਿੰਦਗੀ ਮੈਂ ਜੋ ਮਰਜ਼ੀ ਕਰਾਂ। ਨਹੀਂ ਬੇਟਾ, ਤੇਰੀ ਜ਼ਿੰਦਗੀ ਨਹੀਂ ਹੈ, ਇਹ ਸਾਰੇ ਖਾਨਦਾਨ ਦੀ, ਪਰਿਵਾਰ ਦੀ, ਮਾਂ ਬਾਪ ਦੀ ਇੱਜ਼ਤ ਦੀ ਜ਼ਿੰਦਗੀ ਹੈ। ਸਾਰਾ ਕੁਝ ਦਾਅ 'ਤੇ ਲੱਗਿਆ। ਜੇ ਕਿਤੇ ਇਕੱਲੇ ਨੇ ਫਸਣਾ ਤਾਂ ਇਕੱਲੇ ਨੇ ਨਹੀਂ ਫਸਣਾ, ਸਭ ਨੂੰ ਨਾਲ ਲੈ ਕੇ ਫਸੇਗਾ। ਜੇ ਕਿਤੇ ਕੋਈ ਚੂਕ ਹੋ ਜਾਏ, ਇਕੱਲਾ ਨਹੀਂ ਜਾਂਦਾ, ਸਾਰਾ ਪਰਿਵਾਰ ਔਖਾ ਹੋ ਜਾਂਦਾ। ਸਾਰਾ ਪਰਿਵਾਰ, ਔਰ ਪਰਿਵਾਰ ਹੀ ਨਹੀਂ ਦੁਖੀ ਹੁੰਦਾ, ਸਾਰੇ ਰਿਸ਼ਤੇਦਾਰ ਵੀ ਦੁਖੀ ਹੋ ਜਾਂਦੇ ਨਾਲ। ਤੇਰੀ ਇਕੱਲੇ ਦੀ ਲਾਈਫ ਨਹੀਂ ਹੈ। ਕਹਿਣਾ ਬੜਾ ਆਸਾਨ, ਮੇਰੀ ਜ਼ਿੰਦਗੀ ਮੈਂ ਜਿਵੇਂ ਮਰਜ਼ੀ ਜੀਵਾਂ। ਨਹੀਂ, ਤੇਰੀ ਜ਼ਿੰਦਗੀ ਨਹੀਂ ਹੈ, ਤੇਰੇ ਨਾਲ ਸਾਰਾ ਪਰਿਵਾਰ ਹੈ, ਰਿਸ਼ਤੇਦਾਰ ਨੇ। ਕਿੰਨਾ ਸੌਖਾ ਹੈ ਨਾ ਕਹਿਣਾ ਮੇਰੀ ਲਾਈਫ ਮੈਂ ਜੋ ਮਰਜ਼ੀ ਕਰਾਂ। ਭੁੱਲ ਜਾਈਏ, ਸਾਰੇ ਪਰਿਵਾਰ ਦੀ ਜ਼ਿੰਦਗੀ ਹੈ, ਸਾਰਾ ਪਰਿਵਾਰ ਰਿਸਪੋਂਸੀਬਲ ਹੋ ਜਾਂਦਾ। ਜਦੋਂ ਕੋਈ ਗੱਲ ਬਣੇ ਨਾ, ਤੇ ਫਿਰ ਜੇ ਆਪਾਂ ਕਹੀਏ ਹੁਣ ਤੇਰੀ ਜ਼ਿੰਦਗੀ ਤੂੰ ਆਪੇ ਜੀ। ਜਿਹੜੇ ਬੱਚੇ ਇੱਦਾਂ ਕਹਿੰਦੇ ਮਾਂ ਬਾਪ ਨੂੰ ਮੇਰੀ ਲਾਈਫ ਮੈਂ ਜੋ ਮਰਜ਼ੀ ਕਰਾਂ, ਤੇ ਜਦੋਂ ਫਿਰ ਮੁਸੀਬਤ 'ਚ ਪੈਣ ਤੇ ਮਾਂ ਬਾਪ ਖੜੇ ਨਾ ਹੋਣ, ਉਹ ਕਹਿਣਗੇ ਹੁਣ ਤੂੰ ਜੋ ਮਰਜ਼ੀ ਕਰ। ਹੋ ਸਕਦਾ ਇੱਦਾਂ? ਪਰ ਮਾਂ ਬਾਪ ਨਹੀਂ ਕਹਿ ਸਕਦੇ, ਕਿਉਂਕਿ ਦਿਲ ਹੀ ਨਹੀਂ ਬਣਾਇਆ ਨਾ ਰੱਬ ਨੇ ਇੱਦਾਂ ਦਾ ਉਹਨਾਂ ਦਾ।
ਦਿਲ ਮੋਮ ਤੋਂ ਵੀ ਪਿਘਲਿਆ ਹੋਇਆ ਉਹ ਤਾਂ ਮਿੰਟ ਦੇ ਵਿੱਚ ਪਿਘਲ ਜਾਂਦੇ। ਲੱਖ ਗੁਨਾਹ ਕਰਕੇ ਬੱਚਾ ਮਾਂ ਦੇ ਕੋਲ ਪਿਓ ਦੇ ਕੋਲ ਆ ਜਾਏ ਫਿਰ ਬਖਸ਼ ਦਿੰਦੇ, ਮਾਫ ਕਰ ਦਿੰਦੇ। ਉਹਨਾਂ ਦਾ ਦਿਲ ਨਾ ਰੱਬ ਦਾ ਦਿਲ ਹੈ। ਆਤਮਾ ਜਿਹੜੀ ਹੈ ਪਰਮਾਤਮਾ ਦੀ ਰੂਹ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਦਿਵਸ ਆਪਾਂ ਮਨਾਉਂਦੇ ਹਾਂ ਨਾ, ਇਹ ਲੱਖ ਮਨਮਤ ਹੋਵੇ, ਪਰ ਗੁਰੂ ਦੀ ਹਜ਼ੂਰੀ ਵਿੱਚ ਆ ਕੇ ਇਹਨੂੰ ਗੁਰਮਤ ਦਾ ਚੋਲਾ ਪਾ ਦਈਏ ਤੇ ਗੁਰਮਤ ਬਣ ਜਾਂਦਾ ਹੈ। ਮਹਾਰਾਜ ਮਿਹਰ ਕਰੇ ਸਾਰੀਆਂ ਮਾਵਾਂ ਭੈਣਾਂ ਨੂੰ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ। ਅਰਦਾਸ ਕਰਦੇ ਮਹਾਰਾਜ ਦੇ ਚਰਨਾਂ 'ਚ ਇਹ ਦਿਨ ਤੁਸੀਂ ਬਾਰ-ਬਾਰ ਮਨਾਓ, ਹਰ ਸਾਲ ਨਹੀਂ ਬਾਰ-ਬਾਰ ਮਨਾਓ। ਇਹ ਤਾਂ ਸਪੈਸ਼ਲ ਦਿਨ ਹੈ, ਇਸ ਕਰਕੇ ਅੱਜ ਇਕੱਠੇ ਹੋਏ ਹਾਂ। ਅਤੇ ਨਾਲ ਕੋਸ਼ਿਸ਼ ਇਹ ਵੀ ਕਰੀਏ ਆਪਣੀ ਸੁਸਾਇਟੀ ਵਿੱਚ ਜੋ ਕਮੀਆਂ ਆਈਆਂ ਨੇ, ਘਾਟ ਆਏ, ਉਹਨਾਂ ਨੂੰ ਆਪਾਂ ਕਿਵੇਂ ਦੂਰ ਕਰੀਏ, ਕਿਸ ਤਰੀਕੇ ਨਾਲ ਸਤਿਕਾਰ ਬਹਾਲ ਕਰਾਈਏ, ਕਿਸ ਤਰੀਕੇ ਨਾਲ ਮਾਂ ਬਾਪ ਦਾ ਸਤਿਕਾਰ ਹੋਵੇ ਘਰਾਂ ਦੇ ਅੰਦਰ। ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਸਾਧ ਸੰਗਤ ਜੀ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ। 2 ਮਿੰਟ ਵਾਸਤੇ ਆਪਾਂ ਸ਼ੁਕਰਾਨਾ ਕਰਾਂਗੇ। ਮਹਾਰਾਜ ਦਾ ਸਾਰੀ ਸੰਗਤ ਕਿਰਪਾ ਕਰੋ। ਵਾਹਿਗੁਰੂ ਤੇਰਾ ਸ਼ੁਕਰ ਹੈ